सत श्री अकाल सारिਆਂ ਨੂੰ ਵਾਹਿਗੁਰੂ जी का खालसा ਵਾਹਿਗੁਰੂ जी की फतेह। 6 ਤਰੀਕ ਨੂੰ ਰਾਜਸਥਾਨ ਸੀ ਦਾਣਾ ਮੰਡੀ ਦੇ ਵਿੱਚ ਅਸੀਂ ਗੁਰੂ ਰਾਮਦਾਸ ਕਿਸਾਨ ਮਜ਼ਦੂਰ ਸਿਹਤ ਮੇਲਾ ਰੱਖਣ ਜਾ ਰਹੇ ਹਾਂ, ਜਿਹਦੇ ਵਿੱਚ ਵਰਲਡ ਕੈਂਸਰ ਕੇਅਰ ਵੱਲੋਂ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਫ੍ਰੀ ਕੈਂਸਰ ਦੇ ਟੈਸਟ ਕੀਤੇ ਜਾਣਗੇ। ਉਸ ਤੋਂ ਇਲਾਵਾ ਗਵਰਨਮੈਂਟ ਦੀ ਸਾਰੀ ਟੀਮ ਆਊਗੀ। ਉਦੋਂ ENT ਦੇ ਸਾਰੇ ਰਿਲੇਟਡ ਬੋਨਸ ਦੇ ਰਿਲੇਟਡ ਸਾਰੇ ਫ੍ਰੀ ਟੈਸਟ ਕੀਤੇ ਜਾਣਗੇ, ਨਾਲ ਹੀ ਫ੍ਰੀ ਮੁਫਤ ਦਵਾਈਆਂ ਵੀ ਵੰਡੀਆਂ ਜਾਣਗੀਆਂ। ਉਸ ਤੋਂ ਇਲਾਵਾ ਸਨ ਫਾਊਂਡੇਸ਼ਨ ਵਿਕਰਮਜੀਤ ਸਿੰਘ ਸਾਨੀ ਵੱਲੋਂ ਉਹਨਾਂ ਦਾ ਇੱਕ ਸਟਾਲ ਲੱਗੂਗਾ, ਜਿਹਦੇ ਉੱਤੇ ਜਿਹੜੀ ਡਰੱਗਸ ਰੀਹੈਬ ਦੇ ਜਿਹੜੀ ਉਹਨਾਂ ਨੇ ਖਾਲਸਾ ਕਾਲਜ ਦੇ ਸਾਹਮਣੇ ਸੈਂਟਰ ਖੋਲ੍ਹਿਆ ਆ, ਫ੍ਰੀ ਉੱਥੇ ਬੱਚਿਆਂ ਨੂੰ ਰੱਖਿਆ ਜਾਂਦਾ ਹੈ, ਔਰ ਨਾਲ ਹੀ ਟੈਕਨੀਕਲ ਜਿਹੜੀ ਉਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਊਗੀ। ਸਕਿੱਲ ਡਿਵੈਲਪਮੈਂਟ ਦਾ ਕੋਰਸ ਉਹ ਕਰਵਾਉਂਦੇ ਨੇ ਬੱਚਿਆਂ ਨੂੰ ਤਾਂ ਕਿ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ। ਉਸ ਤੋਂ ਇਲਾਵਾ UPL ਕੰਪਨੀ ਜਿਹੜੀ ਖਾਦਾਂ ਦੀ ਕੰਪਨੀ ਆ, ਆਰਗੈਨਿਕ ਫਾਰਮਿੰਗ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਕੁਦਰਤੀ ਖੇਤੀ ਨੂੰ, ਕਿਉਂਕਿ ਜਿਹੜੀਆਂ ਖਾਦਾਂ ਨੇ ਉਹਨਾਂ ਕਰਕੇ ਜਿਹੜੀ ਕੈਂਸਰ ਹੁੰਦੀ ਹੈ ਉਹਦੀ ਅਵੇਅਰਨੈਸ ਅਸੀਂ ਪਿੰਡਾਂ ਤੱਕ ਲੈ ਕੇ ਗਏ ਹਾਂ। ਸੋ UPL ਵੱਲੋਂ ਕੁਦਰਤੀ ਖਾਦਾਂ ਦਾ ਸਟਾਲ ਲੱਗੂਗਾ। ਉਸ ਤੋਂ ਇਲਾਵਾ ਐਗਰੀਕਲਚਰ ਡਿਪਾਰਟਮੈਂਟ, ਹਾਰਟੀਕਲਚਰ ਹੋ ਗਿਆ ਐਂਡ ਐਗਰੀਕਲਚਰ ਵਿਭਾਗ ਹੋ ਗਿਆ, ਉਹਨਾਂ ਦੀਆਂ ਜਿੰਨੀਆਂ ਵੀ ਸਬਸਿਡੀਜ਼ ਨੇ ਕਿਸਾਨਾਂ ਨੂੰ ਮਿਲਦੀਆਂ ਨੇ, ਉਹਨਾਂ ਸਾਰਿਆਂ ਦੇ ਉੱਤੇ ਸਟਾਲ ਲੱਗਣਗੇ ਔਰ ਉਹ ਸੰਦ ਵੀ ਲੈ ਕੇ ਆਉਣਗੇ ਜਿਨ੍ਹਾਂ ਦੇ ਉੱਤੇ ਸਬਸਿਡੀ ਹੈ। ਔਰ ਜਿਵੇਂ ਅਸੀਂ ਪਰਾਲੀ ਨੂੰ ਨਾ ਬਾਲਣਾ ਹੈ, ਉਹ ਜਿਹੜੇ ਵੀ ਯੂਟਿਲਾਈਜ਼ ਹੁੰਦੇ ਆ ਐਗਰੀਕਲਚਰ ਦੇ ਵਿੱਚ, ਉਹ ਸਾਰੇ ਉੱਥੇ ਲੱਗਣਗੇ। ਐਂਡ ਨਾਲ ਹੀ ਉੱਥੇ ਕਨਵਰ ਗਰੇਵਾਲ ਜੀ ਵੀ ਆਉਣਗੇ ਔਰ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸੀਗਾ, ਅਤੇ ਇਸੇ ਤਰੀਕੇ ਨਾਲ ਉੱਥੇ ਉਹ ਅਖਾੜਾ ਲਾਉਣਗੇ ਆਪਣਾ ਕਿਸਾਨੀ ਦੇ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਕਿਸਾਨੀ ਗਾਣਿਆਂ ਦੇ ਨਾਲ। ਐਂਡ ਨਾਲ ਹੀ ਸਾਡੇ ਜਿਹੜੇ ਵਰਲਡ ਕੈਂਸਰ ਕੇਅਰ ਦੇ ਕੁਲਵੰਤ ਸਿੰਘ ਧਾਲੀਵਾਲ ਉੱਥੇ ਆਉਣਗੇ ਔਰ ਨਾਲ ਵਿਕਰਮਜੀਤ ਸਿੰਘ ਸਾਨੀ ਰਾਜ ਸਭਾ ਮੈਂਬਰ ਉਹ ਉੱਥੇ ਹੋਣਗੇ। ਨਾਲ ਹੀ ਸਾਡੇ ਮੰਤਰੀ ਸਾਹਿਬ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਉਹ ਉੱਥੇ ਆਉਣਗੇ। ਨਾਲ ਹੀ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਹਾਰਟੀਕਲਚਰ ਮਿਨਿਸਟਰ ਨੇ ਉਹ ਉੱਥੇ ਹੋਣਗੇ। ਨਾਲ ਹੀ ਅਸੀਂ ਇਨਵੀਟੇਸ਼ਨ ਦਿੱਤਾ ਹੈ ਖੁੱਡੀਆਂ ਸਾਹਿਬ ਜਿਹੜੇ ਐਗਰੀਕਲਚਰ ਮਿਨਿਸਟਰ ਹੁੰਦੇ ਨੇ, ਉਹਨਾਂ ਨੂੰ ਵੀ ਇਨਵੀਟੇਸ਼ਨ ਦਿੱਤਾ ਹੈ, ਉਹ ਵੀ ਉਹਨਾਂ ਨੇ ਹਾਜ਼ਰੀ ਭਰੀ ਹੈ ਕਿ ਉਹ ਹੋਣਗੇ। ਨਾਲ ਹੀ ਕੁਲਦੀਪ ਧਾਲੀਵਾਲ ਜਿਹੜੇ ਸਾਡੇ ਫੋਰਨ ਮਿਨਿਸਟਰ ਨੇ ਉਹ ਵੀ ਉੱਥੇ ਹੋਣਗੇ। DC ਸਾਹਿਬ ਹੋਣਗੇ, ਨਾਲ ਹੀ ਸਾਡੇ SSP ਅੰਮ੍ਰਿਤਸਰ। ਉਸ ਤੋਂ ਨਾਲ ਜਿਹੜੀ ਅਸੀਂ ਮੁਹਿੰਮ ਚਾਲੂ ਕੀਤੀ ਹੈ ਪਿੰਡਾਂ ਦੇ ਵਿੱਚ ਡਰੱਗ ਨੂੰ ਰੋਕਣ ਦੀ, ਸੋ ਉਹ ਡਰੱਗ ਰੋਕਣ ਵਾਲੀ ਜਿਹੜੀ ਅਸੀਂ ਕਮੇਟੀਆਂ ਸ਼ੁਰੂ ਕੀਤੀਆਂ, ਜਿਵੇਂ ਪਿੰਡ ਅਦਲੀਵਾਲ ਦੇ ਵਿੱਚ ਸਭ ਤੋਂ ਪਹਿਲੀ ਕਮੇਟੀ ਬਣਾਈ ਗਈ ਹੈ ਗ੍ਰਾਮ ਪੰਚਾਇਤ ਬੁਲਾ ਕੇ, ਜਿਹਦੇ ਵਿੱਚ ਸਾਰਿਆਂ ਨੇ ਆਪਣਾ 21 ਮੈਂਬਰੀ ਕਮੇਟੀ ਬਣੀ ਹੈ ਔਰ ਨਾਲ ਹੀ ਜਿਹੜੇ ਡਰੱਗ ਵੇਚਣ ਵਾਲੇ ਉਹਨਾਂ ਦੇ ਨਾਮ ਲਿਖੇ ਨੇ ਔਰ ਉਹ ਸਾਰਾ ਜਿਹੜਾ ਗ੍ਰਾਮ ਪੰਚਾਇਤ ਦੇ ਜਿਹੜਾ ਲੈਟਰ ਹੈਡ ਦੇ ਉੱਤੇ ਅਸੀਂ DC ਸਾਹਿਬ ਨੂੰ ਦਿੱਤਾ ਹੈ, ਨਾਲ ਹੀ SSP ਸਤਿੰਦਰ ਜੀ ਨੂੰ ਦਿੱਤਾ ਹੈ ਔਰ ਉਸ ਦੇ ਵਿੱਚ ਮਤਾ ਪਾਸ ਕੀਤਾ ਹੈ ਮਾਈ ਭਾਗੋ ਚੈਰਿਟੀ ਵੱਲੋਂ ਤੇ ਪਿੰਡ ਵੱਲੋਂ ਵੀ ਜਿਹੜਾ ਵੀ ਇਨਸਾਨ ਡਰੱਗ ਵੇਚਦਾ ਜਿਨ੍ਹਾਂ ਦੇ ਨਾਮ ਲਿਖਵਾਏ ਨੇ, ਇਹ ਕਮੇਟੀ ਦੇ 21 ਮੈਂਬਰ ਇਕੱਠੇ ਜਦੋਂ ਜਾਣਗੇ ਉਦੋਂ ਹੀ ਜ਼ਮਾਨਤ ਦੇ ਸਕਣਗੇ। ਅਦਰਵਾਈਜ਼ ਪਿੰਡ ਦਾ ਕੋਈ ਵੀ ਵਸਨੀਕ ਜਿਹੜੀ ਡਰੱਗ ਵੇਚਣ ਵਾਲੇ ਆ ਉਹਨਾਂ ਦਾ ਕੋਈ ਵੀ ਜ਼ਮਾਨਤ ਨਹੀਂ ਦੇਊਗਾ। ਜੇ ਕੋਈ ਜ਼ਮਾਨਤ ਦਊਗਾ ਪਿੰਡ ਵੱਲੋਂ ਉਹਦਾ ਬਾਈਕਾਟ ਕੀਤਾ ਜਾਊਗਾ ਤੇ SSP ਸਰ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਤੇ ਸਾਡੇ ਵੱਲੋਂ ਸਾਡੀ ਚੈਰਿਟੀ ਵੱਲੋਂ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਭੰਡਿਆ ਜਾਊਗਾ ਕਿ ਇਹ ਡਰੱਗ ਪ੍ਰਮੋਟ ਕਰ ਰਿਹਾ ਹੈ। ਸੋ ਸਾਡੇ ਰਾਜਸਥਾਨੀ ਇਲਾਕੇ ਦਾ ਸਭ ਤੋਂ ਪਹਿਲਾ ਪਿੰਡ ਜਿਹੜਾ ਪਿੰਡ ਅਦਲੀਵਾਲ ਇਹ ਇਸ ਮੁਹਿੰਮ ਦੇ ਵਿੱਚ ਅੱਗੇ ਆਇਆ। ਸੋ ਸਿਹਤ ਮੇਲਾ ਜਿਹੜਾ ਇਹ ਅਸੀਂ ਕਰਵਾ ਰਹੇ ਆਲ ਓਵਰ ਸਿਹਤ ਮੇਲਾ ਹੈ, ਜਿਹਦੇ ਵਿੱਚ ਕਿਸਾਨਾਂ ਦੀ ਹੈਲਥ, ਕਿਸਾਨਾਂ ਦੇ ਖੇਤਾਂ ਦੀ ਹੈਲਥ, ਕਿ ਅਸੀਂ ਆਰਗੈਨਿਕ ਫਾਰਮਿੰਗ ਨੂੰ ਪ੍ਰਮੋਟ ਕਰ ਰਹੇ ਹਾਂ, ਨਾਲ ਹੀ ਔਰ ਕੈਂਸਰ ਦੀ ਅਵੇਅਰਨੈਸ ਔਰ ਨਾਲ ਹੀ ਅਸੀਂ ਡਰੱਗਸ ਨੂੰ ਰੋਕਣ ਦੀ ਜਿਹੜੀ ਆਪਾਂ ਮੁਹਿੰਮ ਚਾਲੂ ਕੀਤੀ ਹੈ ਉਸ ਦੇ ਬਾਰੇ ਹੈ। ਐਂਡ ਦੂਜੇ ਨੰਬਰ 'ਤੇ ਪਿੰਡ ਬੱਗਾ ਕਲਾਂ ਦੀ ਟੀਮ ਜਿਹੜੀ ਹੈ ਉਹ ਬਣੀ ਹੈ। ਸੋ ਉਸ ਦਿਨ DC ਸਾਹਿਬ ਵੱਲੋਂ, ਮੰਤਰੀ ਸਾਹਿਬ ਵੱਲੋਂ ਪਿੰਡ ਅਦਲੀਵਾਲ ਨੂੰ ਵੀ ਇਨਾਮ ਦਿੱਤਾ ਜਾਊਗਾ ਕਿ ਨਸ਼ੇ ਦੇ ਪ੍ਰਤੀ ਇਹਨਾਂ ਦਾ ਪਿੰਡ ਸਭ ਤੋਂ ਪਹਿਲੋਂ ਆਇਆ ਹੈ ਔਰ ਨਾਲ ਹੀ 15 ਅਗਸਤ ਵਾਲੇ ਦਿਨ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ। ਸੋ ਇਹ ਸਾਡਾ ਇੱਕ ਸੱਦਾ ਸੀਗਾ ਕਿ 6 ਅਗਸਤ ਨੂੰ ਗੁਰੂ ਰਾਮਦਾਸ ਕਿਸਾਨ ਮਜ਼ਦੂਰ ਸਿਹਤ ਮੇਲੇ ਦੇ ਵਿੱਚ ਸਾਰਿਆਂ ਨੂੰ ਆਉਣਾ ਚਾਹੀਦਾ ਹੈ। ਨਾਲ ਆਯੁਸ਼ਮਾਨ ਕਾਰਡ ਜਿਹੜੇ ਬਣਦੇ ਨੇ ਸਾਰਿਆਂ ਦੇ ਉੱਥੇ ਸਾਰਿਆਂ ਦੇ ਬਣਾਏ ਜਾਣਗੇ, ਤੁਸੀਂ ਆਧਾਰ ਕਾਰਡ ਕੈਰੀ ਕਰਿਓ। ਉਸ ਤੋਂ ਇਲਾਵਾ ਜਿਹੜੇ ਮਿਲਟਸ ਦੀ ਫਾਰਮਿੰਗ ਕਰਦੇ ਨੇ ਜਾਂ ਆਰਗੈਨਿਕ ਫਾਰਮਿੰਗ ਕਰਦੇ ਨੇ, ਸਾਰੇ ਅਸੀਂ ਫਾਰਮਰਸ ਨੂੰ ਉੱਥੇ ਇਨਵਾਈਟ ਕੀਤਾ ਤਾਂ ਕਿ ਉਹ ਆਪਣੇ ਪਿੰਡਾਂ ਦੇ ਬਾਰੇ ਜਾਗਰੂਕ ਕਰਨ ਕਿ ਉਹ ਕਿਸ ਤਰੀਕੇ ਨਾਲ ਆਰਗੈਨਿਕ ਫਾਰਮਿੰਗ ਨੂੰ ਅਸੀਂ ਵਧਾਵਾ ਦੇ ਸਕਦੇ ਹਾਂ, ਕਿਉਂਕਿ ਆਉਣ ਵਾਲੇ ਟਾਈਮ 'ਤੇ ਆਰਗੈਨਿਕ ਫਾਰਮਿੰਗ ਹੀ ਸਾਡੀ ਸਿਹਤ ਵਾਸਤੇ ਵਧੀਆ ਹੈ। ਸੋ ਜਿਹੜਾ ਇਹ ਕੈਂਪ ਹੈ ਇਹ ਸਿਹਤ ਦੇ ਰਿਲੇਟਿਡ ਹੈ। ਬਾਕੀ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ। ਮੈਮ ਕੈਂਸਰ ਦੀ ਗੱਲ ਕੀਤੀ ਹੈ, ਪਿੰਡਾਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਉਸ ਕੈਂਪ 'ਚ ਲਿਆਂਦਾ ਜਾਏਗਾ, ਕਿਉਂਕਿ ਜ਼ਿਆਦਾਤਰ ਲੋਕ ਅਜਿਹੀ ਬਿਮਾਰੀ ਨੂੰ ਖੁੱਲ੍ਹ ਕੇ ਦੱਸਦੇ ਨਹੀਂ ਕਿ ਲੋਕ ਕੀ ਸੋਚਣਗੇ ਕਿ ਕੈਂਸਰ ਦੀ ਬਿਮਾਰੀ ਨੂੰ ਲੋਕ ਖੁੱਲ੍ਹ ਕੇ ਅੱਗੇ ਨਹੀਂ ਆਉਂਦੇ ਇਸ ਬਿਮਾਰੀ ਨੂੰ ਲੈ ਕੇ।
ਉਸ ਤਰੀਕੇ ਨਾਲ ਕਿਸ ਤਰ੍ਹਾਂ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਕੇ ਉਸ ਕੈਂਪ ਦੇ ਵਿੱਚ ਲਿਆਉਣ ਦੀ ਤੁਹਾਡੇ ਵੱਲੋਂ ਯੋਜਨਾ ਬਣਾਈ ਗਈ? ਦੇਖिए ਅਸੀਂ ਉਹਨਾਂ ਨੂੰ ਕਿਹਾ ਕਿ ਪਹਿਲੋਂ ਮਾਲਵੇ ਦੇ ਵਿੱਚ ਕੈਂਸਰ ਬਹੁਤ ਸੀਗਾ ਔਰ ਮਾਲਵੇ ਦੇ ਵਿੱਚ ਟ੍ਰੇਨਸ ਆਉਂਦੀਆਂ ਸੀਗੀਆਂ ਜਿਨ੍ਹਾਂ ਕੈਂਸਰ ਭਰ ਕੇ ਜਾਂਦੀ ਸੀਗੀ ਟ੍ਰੇਨ ਕੈਂਸਰ ਪੇਸ਼ੈਂਟ ਦੀ, ਬਟ ਹੁਣ ਮਾਝੇ ਦੇ ਵਿੱਚ ਜਿਵੇਂ ਸ਼ੂਗਰ ਹੈ ਘਰ ਘਰ 'ਚ ਉਵੇਂ ਕੈਂਸਰ ਹੋ ਰਹੀ ਹੈ। ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਨੂੰ ਕੈਂਸਰ ਹੋ ਕਿਉਂ ਰਹੀ ਹੈ। ਸੋ ਬੇਸਿਕਲੀ ਅਸੀਂ ਉਹਨਾਂ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜੋ ਆਇਆ ਹੈ UN ਦੇ ਵਿੱਚੋਂ, ਜੋ ਮੈਨੂੰ ਕੁਲਵੰਤ ਸਿੰਘ ਧਾਲੀਵਾਲ ਜੀ ਨੇ ਦੱਸਿਆ ਹੈ ਵਰਲਡ ਕੈਂਸਰ ਕੇਅਰ ਵਾਲਿਆਂ ਨੇ, ਵੀ ਕੈਂਸਰ ਸਾਨੂੰ ਹੁੰਦੀ ਕਿਉਂ ਪਈ ਹੈ। ਐਜ਼ ਉਹਨਾਂ ਨੇ ਮੈਨੂੰ ਇੱਕ ਵਰਲਡ ਕੈਂਸਰ ਕੇਅਰ ਦਾ ਬ੍ਰਾਂਡ ਐਂਬੈਸਡਰ ਵੀ ਬਣਾਇਆ, ਇਸ ਕਰਕੇ ਵੀ ਮੈਨੂੰ ਉਹਨਾਂ ਨੇ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਕਿ ਮੈਂ ਪਿੰਡਾਂ ਦੇ ਵਿੱਚ ਜਾ ਕੇ ਅਵੇਅਰਨੈਸ ਕਰਾਂ। ਨੰਬਰ 1 ਕੈਂਸਰ ਆਪਾਂ ਨੂੰ ਹੁੰਦੀ ਹੈ ਗੰਦੇ ਪਾਣੀ ਤੋਂ। ਸੋ ਗੰਦਾ ਪਾਣੀ ਅਸੀਂ ਸਾਰੇ ਸੋਚਦੇ ਹਾਂ ਅਸੀਂ ਤੇ ਫਿਲਟਰ ਦਾ ਪਾਣੀ ਪੀਂਦੇ ਹਾਂ ਤੇ ਗੰਦੇ ਪਾਣੀ ਤੋਂ ਸਾਨੂੰ ਕੈਂਸਰ ਹੋ ਰਹੀ ਹੈ। ਵੇਖੋ ਪਿੰਡਾਂ ਦੇ ਵਿੱਚ ਜਿਹੜੇ ਛੱਪੜ ਨੇ, ਛੱਪੜਾਂ ਦੇ ਵਿੱਚ ਸਾਰਾ ਗੰਦਾ ਪਾਣੀ ਜਾਂਦਾ ਹੈ ਔਰ ਉਹ ਥੱਲਿਓਂ ਪੱਕੇ ਤੇ ਹੈਗੇ ਨਹੀਂ, ਉਹਦਾ ਪਾਣੀ ਜਿਹੜਾ ਥੱਲੇ ਜਾਂਦਾ, ਨਾਲ ਹੀ ਸਾਡੇ ਜਿਹੜੇ ਬੋਰ ਨੇ ਉਹ ਥੱਲੇ ਜਾਂਦੇ ਨੇ, ਉਹ ਪਾਣੀ ਦੀ ਕਨੈਕਟੀਵਿਟੀ ਹੈ, ਉਹ ਗੰਦਾ ਪਾਣੀ ਅਸੀਂ ਪੀ ਰਹੇ ਹਾਂ ਜਿਹਦੇ ਨਾਲ ਕੈਂਸਰ ਹੁੰਦੀ ਹੈ। ਐਵੇਂ ਹੀ ਜਿਹੜਾ ਜਿਵੇਂ ਆ ਗੰਦਾ ਨਾਲਾ ਹੈ ਗੁਮਟਾਲੇ ਵਾਲਾ, ਤੁਸੀਂ ਵੇਖੋ ਇਹਨੂੰ ਪੱਕਿਆਂ ਕਰਨਾ ਚਾਹੀਦਾ ਹੈ ਥੱਲਿਓਂ। ਇਹਦੇ ਲਾਗੇ ਚਾਗੇ ਜਿੰਨੇ ਵੀ ਘਰ ਨੇ ਉਹਨਾਂ ਦੇ AC ਵੀ ਖਰਾਬ ਹੁੰਦੇ ਨੇ, ਉਹਨਾਂ ਨੂੰ ਕਈ ਤਰੀਕੇ ਦੀ ਸਕਿਨ ਕੈਂਸਰ ਵੀ ਹੁੰਦੀ ਹੈ। ਬੁੱਢਾ ਨਾਲ ਜਿਹੜਾ ਦਰਿਆ ਆ ਉੱਥੇ ਜਿਹੜਾ ਸਤਲੁਜ ਦੇ ਵਿੱਚ ਮਿਲਦਾ ਹੈ ਲੁਧਿਆਣੇ, ਉੱਥੇ ਫੈਕਟਰੀਆਂ ਨੇ, ਪਰ ਐਟਲੀਸਟ ਸਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ ਕੋਈ ਨਹਿਰਾਂ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਫੈਕਟਰੀ ਨਹੀਂ ਹੈਗੀ, ਕੈਮੀਕਲਸ ਨਹੀਂ ਪੈਂਦੇ, ਸਾਡਾ ਨਹਿਰੀ ਪਾਣੀ ਵਧੀਆ ਆ, ਵੱਧ ਤੋਂ ਵੱਧ ਧੂਲ ਮਿੱਟੀ ਹੈ। ਸੋ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਣਾ ਚਾਹੀਦਾ ਹੈ, ਪਿੰਡ ਦੀ ਟੈਂਕੀ 'ਚ ਜਾਣਾ ਚਾਹੀਦਾ ਹੈ, ਪਬਲਿਕ ਹੈਲਥ ਡਿਪਾਰਟਮੈਂਟ ਵੱਲੋਂ ਫਿਲਟਰ ਲੱਗਦਾ ਹੈ ਉਹ ਘਰ ਦੀ ਟੂਟੀ ਤੱਕ ਪਹੁੰਚਣਾ ਚਾਹੀਦਾ ਹੈ ਤਾਂ ਕਿ ਉਹ ਪਾਣੀ ਫਿਰ ਵੀ ਸੇਫ ਹੈ। ਸੋ ਸਾਡੀ ਪਿੰਡਾਂ ਦੇ ਵਿੱਚ ਜਿਹੜੀ ਅਵੇਅਰਨੈਸ ਹੈ ਉਹ ਇਹ ਹੈ, ਪੰਚਾਇਤੀ ਲੈਵਲ ਦੇ ਉੱਤੇ ਵੀ ਅਸੀਂ ਇਹੀ ਕਹਿ ਰਹੇ ਹਾਂ ਵੀ ਆਪਣੇ ਪਿੰਡਾਂ ਦੇ ਜਿਹੜੇ ਛੱਪੜ ਹੈ ਉਹ ਪੱਕੇ ਕਰੋ ਔਰ ਜਾਂ ਆਪਣਾ ਪਾਣੀ ਜਿਹੜਾ ਹੈ ਡਰੇਨ ਦੇ ਵਿੱਚ ਕੱਲੋ ਬਾਹਰਲੇ ਬੰਨੇ। ਔਰ ਦੇਖਿਆ ਜਾਈਏ ਤੇ ਕੈਂਸਰ ਦੇ ਇਲਾਜ ਲਈ ਬਹੁਤ ਸਾਰਾ ਖਰਚਾ ਵੀ ਆਉਂਦਾ ਹੈ, ਅਗਰ ਅਜਿਹਾ ਕੈਂਪ ਲਗਾਉਂਦੇ ਆ ਉਹਦੇ ਲਈ ਵੀ ਬੜਾ ਖਰਚਾ ਆਉਂਦਾ, ਫਿਰ ਕੀ ਇਹ ਪੈਸੇ ਪਿੰਡ ਵਾਲਿਆਂ ਕੋਲ ਕੋਈ ਅਮਾਉਂਟ ਰੱਖੀ ਗਈ ਹੈ ਜਾਂ ਬਿਲਕੁਲ ਫ੍ਰੀ? ਦੇਖੋ ਜੀ ਇਹ ਬਿਲਕੁਲ ਫ੍ਰੀ ਕੈਂਪ ਹੈ, ਪਿੰਡ ਵਾਲਿਆਂ ਵੱਲੋਂ ਕੋਈ ਪੈਸੇ ਨਹੀਂ ਰੱਖੇ ਗਏ। ਪਹਿਲਾਂ ਮੈਂ ਆਪਣੀ ਗੱਲ ਫਿਨਿਸ਼ ਕਰ ਲਾਂ ਵੀ ਕੈਂਸਰ ਪਹਿਲੇ ਨੰਬਰ ਤੇ ਪਾਣੀ, ਗੰਦੇ ਪਾਣੀ ਤੋਂ ਹੁੰਦਾ ਹੈ। ਦੂਜੇ ਨੰਬਰ ਤੇ ਜਿਹੜੀਆਂ ਸਪਰੇਅ ਕੀਤੀਆਂ ਸਬਜ਼ੀਆਂ ਅਸੀਂ ਖਾਂਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਸਪਰੇਅ ਹੁੰਦੀ ਹੈ। ਉਸ ਤੋਂ ਬਾਅਦ ਟੀਕੇ ਲੱਗਿਆ ਦੁੱਧ ਅਸੀਂ ਪੀਂਦੇ ਹਾਂ, ਉਹਦੇ ਨਾਲ ਆਪਾਂ ਨੂੰ ਕੈਂਸਰ ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਅਸੀਂ ਯੂਰੀਆ ਪੈਸਟੀਸਾਈਡਸ ਜ਼ਿਆਦਾ ਤੋਂ ਜ਼ਿਆਦਾ ਅਸੀਂ ਆਪਣੀਆਂ ਫਸਲਾਂ 'ਤੇ ਪਾ ਰਹੇ ਹਾਂ, ਉਹਦੇ ਨਾਲ ਕੈਂਸਰ ਹੁੰਦੀ ਹੈ। ਆਉਣ ਵਾਲੇ ਟਾਈਮ ਦੇ ਉੱਤੇ ਸਰਕਾਰ ਵੱਲੋਂ ਵੀ ਇਹ ਕਿਹਾ ਗਿਆ ਹੈ ਵੀ ਜਿਨ੍ਹਾਂ ਨੇ ਜ਼ਿਆਦਾ ਪੈਸਟੀਸਾਈਡਸ ਆਪਣੀਆਂ ਫਸਲਾਂ 'ਤੇ ਪਾਏ ਉਹ ਨਹੀਂ ਲਏ ਜਾਣਗੇ, ਕਿਉਂਕਿ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਆ ਚੁੱਕੀ ਹੈ ਵੀ ਜਿਹੜੀਆਂ ਫਸਲਾਂ ਦੇ ਉੱਤੇ ਜ਼ਿਆਦਾ ਪੈਸਟੀਸਾਈਡਸ ਨੇ ਜਾਂ ਖਾਦਾਂ ਨੇ ਉਹ ਅਸੀਂ ਨਹੀਂ ਸੇਵਨ ਕਰਾਂਗੇ, ਕਿਉਂਕਿ ਉਹਦੇ ਵਿੱਚ ਕੈਂਸਰ ਹੈ, ਉਹਦੇ ਵਿੱਚ ਬਿਮਾਰੀ ਹੈ। ਸੋ ਅਸੀਂ ਪਿੰਡਾਂ ਦੇ ਵਿੱਚ ਇਹ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵੇਅਰ ਕਰ ਰਹੇ ਹਾਂ। ਇੱਕ ਤਾਂ ਤੁਸੀਂ ਆਰਗੈਨਿਕ ਖਾਓ। ਵੇਖੋ ਪਹਿਲੇ ਟਾਈਮ ਸੀਗੇ ਤੁਹਾਡੀਆਂ ਕਿਚਨਸ ਕੱਚੀਆਂ ਸੀਗੀਆਂ ਪਰ ਉਹਦੇ ਵਿੱਚ ਖਾਣ ਪਾਣ ਤੁਹਾਡਾ ਵਧੀਆ ਸੀਗਾ, ਕੋਈ ਪੈਸਟੀਸਾਈਡਸ ਜਾਂ ਇਹ ਜਿਹੀਆਂ ਖਾਦਾਂ ਨਹੀਂ ਪੈਂਦੀਆਂ ਸੀਗੀਆਂ। ਅੱਜ ਤੁਹਾਡੀਆਂ ਕਿਚਨਸ ਪੱਕੀਆਂ ਨੇ ਬਟ ਉਹਦੇ ਵਿੱਚ ਆਪਾਂ ਖਾਣ ਪਾਣ ਸਾਡਾ ਨਹੀਂ ਵਧੀਆ ਹੈਗਾ। ਸੋ ਵੀ ਅਸੀਂ ਐਜੂਕੇਟ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਜਾ ਕੇ ਵੀ ਤੁਸੀਂ ਆਪਣਾ ਖਾਣ ਪਾਣ ਵਧੀਆ ਕਰੋ। ਸ਼ਹਿਰਾਂ 'ਚ ਤੇ ਲੋਕਾਂ ਕੋਲ ਸਬਜ਼ੀਆਂ ਲਾਉਣ ਜੋਗੀ ਜਗ੍ਹਾ ਨਹੀਂ ਹੁੰਦੀ, ਉਹ ਫਿਰ ਵੀ ਆਪਣੇ ਕੋਠੇ ਦੇ ਉੱਤੇ ਵੱਡਾ ਗਮਲਾ ਦੇ ਵਿੱਚ ਸਬਜ਼ੀਆਂ ਲਾਉਂਦੇ ਨੇ। ਤੁਹਾਡੇ ਕੋਲ ਤੇ ਪਿੰਡ ਜਗ੍ਹਾ ਹੀ ਬਹੁਤ ਹੈ, ਤੁਸੀਂ ਆਰਗੈਨਿਕ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ, ਮੈਂ ਸੁਣਿਆ ਹੈ ਵੀ ਪਿੰਡਾਂ ਦੇ ਵਿੱਚ ਵੀ ਬਲਾਕ ਦੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਵੀ ਕਿਸ ਤਰੀਕੇ ਦੇ ਨਾਲ ਆਰਗੈਨਿਕ ਖਾਦਾਂ ਬਣਾਈਆਂ ਜਾਣ, ਨਿੰਮ ਦੇ ਪੱਤਿਆਂ ਦੇ ਨਾਲ, ਲੈਮਨ ਪਾ ਕੇ, ਬਹੁਤ ਸਾਰੀਆਂ ਚੀਜ਼ਾਂ ਨੇ। ਮੈਨੂੰ ਲੱਗਦਾ ਪਿੰਡ ਵਾਲਿਆਂ ਨੂੰ ਇਸ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਹੈ, ਕਿਉਂਕਿ ਆਉਣ ਵਾਲੇ ਟਾਈਮ ਤੇ ਸਿਰਫ ਆਰਗੈਨਿਕ ਹੀ ਦਿਖਣਾ ਹੈ ਆਪਾਂ ਨੂੰ। ਬੰਬੇ ਵਾਲੀ ਸਾਈਡ ਤੇ ਜਾਈਏ ਜਾਂ ਅਸੀਂ ਦਿੱਲੀ ਵਾਲੀ ਸਾਈਡ ਜਾਈਏ, ਮੈਂ ਚੰਡੀਗੜ੍ਹ ਰਹਿੰਦੀ ਹਾਂ, ਚੰਡੀਗੜ੍ਹ ਦੇ ਵਿੱਚ ਵੀ ਆਰਗੈਨਿਕ ਨੂੰ ਜ਼ਿਆਦਾ ਮਹੱਤਵਤਾ ਦਿੱਤੀ ਜਾਂਦੀ ਹੈ। ਭਾਵੇਂ ਉਹ 500 ਰੁਪਏ ਕਿਲੋ ਦੁੱਧ ਹੋਵੇ ਬਟ ਅਗਲੇ ਨੂੰ ਲੱਗੇ ਨਾ ਵੀ ਇਹ ਆਰਗੈਨਿਕ ਆ ਤੇ ਉਹ ਆਰਗੈਨਿਕ ਲੈਣਗੇ। ਸੋ ਬੇਸਿਕਲੀ ਆਪਾਂ ਨੂੰ ਆਰਗੈਨਿਕ ਵੱਲ ਜ਼ਿਆਦਾ ਜਾਣਾ ਚਾਹੀਦਾ ਹੈ। ਕੇਰਲਾ ਦੇ ਵਿੱਚ ਵੀ ਕੁਝ ਪਿੰਡ ਇਹੋ ਜਿਹੇ ਨੇ ਜਿਨ੍ਹਾਂ ਨੇ ਸਾਰੇ ਪਿੰਡ ਨੇ ਸਾਰਿਆਂ ਨੇ ਇਕੱਠੇ ਮਿਲ ਕੇ ਖੇਤੀ ਕਰਨੀ ਸ਼ੁਰੂ ਕਰਤੀ ਕਿ ਅਸੀਂ ਆਪਣੀ ਪਿੰਡ ਦੀਆਂ ਸਬਜ਼ੀਆਂ ਲਾਵਾਂਗੇ, ਪਿੰਡ ਦਾ ਅਨਾਜ ਉਗਾਵਾਂਗੇ ਔਰ ਪਿੰਡ ਦਾ ਦੁੱਧ ਰੱਖਾਂਗੇ ਜਿਹੜਾ ਆਰਗੈਨਿਕ ਹੋਗਾ, ਪਿੰਡ ਦੇ ਵਿੱਚ ਡਿਸਟ੍ਰੀਬਿਊਟ ਕਰਾਂਗੇ। ਹੈਲਥ ਪ੍ਰਤੀ ਸਾਨੂੰ ਅਵੇਅਰ ਹੋਣਾ ਚਾਹੀਦਾ। ਸੋ ਬਾਕੀ ਰਹੀ ਗੱਲ ਇਸ ਕੈਂਪ ਦੀ, ਇਸ ਦੇ ਵਿੱਚ ਜਿਹੜਾ 20,000 ਦੇ ਕੈਂਸਰ ਦੇ ਟੈਸਟ ਹੁੰਦੇ ਆ, 20,000 ਦੇ, ਉਹ ਸਾਰੇ ਫ੍ਰੀ ਕੀਤੇ ਜਾਣਗੇ। ਉਵੇਂ ਜਦੋਂ ਤੁਸੀਂ ਵਰਲਡ ਕੈਂਸਰ ਕੇਅਰ ਨੂੰ ਪਿੰਡ ਦੇ ਵਿੱਚ ਬੁਲਾਉਂਦੇ ਹੋ 2 ਤੋਂ 2.5 ਲੱਖ ਰੁਪਇਆ ਖਰਚਾ ਆਉਂਦਾ ਹੈ। ਇਸ ਕੈਂਪ ਦੇ ਵਿੱਚ ਬਿਲਕੁਲ ਫ੍ਰੀ ਹੈ ਸਾਰੇ ਤਰੀਕੇ ਦੇ ਕੈਂਸਰ ਦੇ ਜਿਹੜੇ ਟੈਸਟ ਹੈ, ਬੋਨ, ਚੈਸਟ ਕੈਂਸਰ, ਥਰੋਟ ਕੈਂਸਰ, ਸਾਰੇ ਫ੍ਰੀ ਨੇ।
ਨਾਲ ਹੀ ਇਹਦੀਆਂ ਦਵਾਈਆਂ ਵੀ ਦਿੱਤੀਆਂ ਜਾਣਗੀਆਂ, ਨਾਲ ਹੀ ਜਿਹੜੇ ਸੈਨੀਟਰੀ ਪੈਡਸ ਵੀ ਇਹਦੇ 'ਚ ਅਸੀਂ ਡਿਸਟ੍ਰੀਬਿਊਟ ਕਰਨੇ ਆ ਤਾਂ ਕਿ ਆਪਾਂ ਅਵੇਅਰਨੈਸ ਲੈ ਕੇ ਆਏ ਹੈਲਥ ਦੇ ਰਿਲੇਟਡ, ਅਸੀਂ ਵਿਮਨ ਦੇ ਵਿੱਚ ਹੈਲਥ ਦੇ ਰਿਲੇਟਡ ਅਵੇਅਰਨੈਸ ਲੈ ਕੇ ਆਈਏ। ਉਸ ਤੋਂ ਇਲਾਵਾ ਗਵਰਨਮੈਂਟ ਵੱਲੋਂ ਜਿਹੜਾ ਉਪਰਾਲਾ ਹੈ ਕਿ ENT ਦੇ ਸਾਰੇ ਔਰ ਹੱਡੀਆਂ ਦੇ ਟੈਸਟ ਫ੍ਰੀ ਕੀਤੇ ਜਾਣਗੇ, ਸਾਰੇ ਡਾਕਟਰਸ ਆਉਣਗੇ, ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਸੋ ਇਸ ਕਰਕੇ ਇਸ ਕੈਂਪ ਦਾ ਨਾਮ ਅਸੀਂ ਸਿਹਤ ਮੇਲਾ ਰੱਖਿਆ ਹੈ। ਕਿਸਾਨਾਂ ਦੇ ਜ਼ਮੀਨੀ ਪੱਧਰ ਦੀ ਸਿਹਤ ਔਰ ਉਹਨਾਂ ਦੀ ਖੁਦ ਦੀ ਸਿਹਤ, ਇਹ ਦੋਵੇਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕੈਂਪ ਰੱਖਿਆ ਗਿਆ, ਜਿਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਨੂੰ ਇੱਕ ਯੂਨਾਈਟ ਕੀਤਾ।